ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਖੋਜ ਗੁਰਬਾਣੀ ਦੇ ਇਸ ਭਾਗ ਵਿੱਚ ਜੀ ਆਇਆਂ ਨੂੰ ਹੈ ਜੀ। ਅੱਜ ਅਸੀਂ ਸ੍ਰੀ ਰਾਗ ਕੇ ਛੰਤ ਮਹੱਲਾ ਪਹਿਲਾ ਦੱਖਣਾ ਬਾਣੀ ਜੋ ਹੈ ਉਸ ਦੇ ਦੂਸਰੇ ਪਦ ਦਾ ਪਾਠ ਕਰਾਂਗੇ ਔਰ ਉਸ ਉਪਰੰਤ ਉਸ ਦੇ ਅੱਖਰੀ ਅਰਥ ਅਤੇ ਭਾਵ ਅਰਥ ਲੱਭਣ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਪਹਿਲੋਂ ਪਾਠ ਕਰ ਲਈਏ। ਦੱਖਣਾ। ਸੁਹੰਦੜੋ ਹਬ ਠਾਏ ਕੋਇ ਨਾ ਦੀਸੇ ਦੂਜੜੋ, ਖੱਲੜ ਕਪਾਟ ਨਾਨਕ ਸਤਿਗੁਰ ਭੇਟ ਦੇ ਛੰਤ। ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ, ਬਾਣੀ ਵਿਚਾਰੀਐ ਜੀਓ। ਸਿਮਰਤ ਸਾਸ ਗਿਰਾਸ ਪੂਰਨ ਬਿਸਾਸ, ਕਿਉ ਮਨਹੁ ਬਿਸਾਰੀਐ ਜੀਓ। ਕਿਉ ਮਨਹੁ ਬਿਸਾਰੀਐ ਨਿਮਖ ਨਹੀਂ ਢਾਰੀਐ, ਗੁਣਵੰਤ ਪ੍ਰਾਣ ਹਮਾਰੇ। ਮਨ ਵਾਂਛਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ। ਅਨਾਥ ਕੇ ਨਾਥ ਸਰਬ ਕੇ ਸਾਥੇ, ਜਪ ਜੂਏ ਜਨਮ ਨਾ ਹਾਰੀਐ। ਨਾਨਕ ਕੀ ਬੇਨਤੀ ਪ੍ਰਭ ਪਹਿ ਕਿਰਪਾ ਕਰ ਭਵ ਜਲ ਤਾਰੀਐ। ਸੁਹੰਦੜੋ ਸੁਹੰਦੜੋ ਸੋਹਣਾ, ਹਬ ਠਾਏ ਸਾਰੀ ਥਾਂ, ਕੋਈ ਨਾ ਦੀਸੈ ਦੂਜੜੋ। ਉਹ ਮਾਂ ਪਿਰੀ, ਉਹ ਮੇਰਾ ਪਿਆਰਾ ਸਭ ਥਾਈਂ ਦਿਸਦਾ ਹੈ, ਹੋਰ ਕੋਈ ਨਹੀਂ ਦਿਸਦਾ। ਸੋ ਚੇਤੇ ਹੋਵੇ ਅਸੀਂ ਪਹਿਲੇ ਪਦ ਦਾ ਜਦੋਂ ਪਾਠ ਕੀਤਾ ਸੀ ਅਤੇ ਉਹ ਇਸ ਸਵਾਲ ਨਾਲ ਉੱਠਿਆ ਸੀ ਕਿ ਜੋ ਮੇਰਾ ਪਿਆਰਾ ਹੈ, ਮੇਰੇ ਪਿਆਰੇ ਦੇ ਦੀਦਾਰ ਕਿਵੇਂ ਹੋਣ। ਅਤੇ ਪੰਜਵੇਂ ਪਾਤਸ਼ਾਹ ਨੇ ਉਪਦੇਸ਼ ਕੀਤਾ ਸੀ ਕਿ ਦੀਦਾਰ ਜੋ ਹਨ ਉਹ ਇਹਨਾਂ ਅੱਖਾਂ ਨਾਲ ਨਹੀਂ ਹੁੰਦੇ, ਪਰ ਗੁਰ ਗਿਆਨ ਦੀਆਂ ਅੱਖਾਂ ਨਾਲ ਰਾਹੀਂ ਉਹ ਦਿਸਦਾ ਹੈ। ਸੋ ਇੱਥੇ ਉਹ ਉਸ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਸਾਨੂੰ ਸਮਝਾ ਰਹੇ ਹਨ ਕਿ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ, ਕਿ ਜਦੋਂ ਸਤਿਗੁਰ ਨੂੰ ਮਿਲਿਆ, ਭਾਵ ਉਸ ਦਾ ਉਪਦੇਸ਼ ਆਪਣੇ ਅੰਦਰ ਗ੍ਰਹਿਣ ਕੀਤਿਆਂ, ਜਦੋਂ ਮਨ ਦੇ ਕਪਾਟ ਖੁੱਲ੍ਹਣ। ਮਨ ਦੇ ਕਪਾਟ ਖੁੱਲ੍ਹਣ ਦਾ ਕੀ ਭਾਵ ਹੈ? ਉਸ ਦਾ ਭਾਵ ਇਤਨਾ ਹੀ ਹੈ ਕਿ ਜੋ ਮਨ ਹੈ ਉਹ ਜਾਗਰੂਕ ਹੋ ਜਾਏ, ਜੋ ਉਸ ਦੀ ਚੇਤਨਾ ਖਿੰਡੀ ਹੋਈ ਹੈ ਉਹ ਇਕਾਗਰ ਹੋ ਜਾਏ, ਤਾਂ ਕਿਤੇ ਇਹ ਦੀਦਾਰ ਜੋ ਹਨ ਹਾਸਲ ਹੋ ਸਕਦੇ ਹਨ। ਸੋ ਇੱਥੇ ਉਹਨਾਂ ਨੇ ਇਹ ਸ਼ਰਤ ਲਾਈ ਔਰ ਬਾਣੀ ਬਾਰ ਇਹੀ ਗੱਲ ਸਮਝਾਉਂਦੀ ਹੈ ਕਿ ਸਤਿਗੁਰੂ ਭੇਟਤ, ਸਤਿਗੁਰੂ ਨੂੰ ਮਿਲਿਆ ਹੀ, ਸਤਿਗੁਰੂ ਉਹ ਡਿਪੈਂਡੈਂਸੀ ਹੈ। ਸੋ ਸੁਹੰਦੜੋ ਹਬ ਠਾਏ ਕੋਇ ਨਾ ਦੀਸੇ ਦੂਜੜੋ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਦੇ। ਸੋ ਸਤਿਗੁਰੂ ਦੇ ਭੇਟਿਆਂ ਹੀ ਉਹ ਕਪਾਟ ਖੁੱਲ੍ਹਣਗੇ ਔਰ ਉਸ ਕਪਾਟ ਖੁੱਲ੍ਹਣ ਦੇ ਨਾਲ, ਉਸ ਚੇਤਨਾ ਦੇ ਖੁੱਲ੍ਹਣ ਨਾਲ ਉਹ ਦੀਦਾਰੇ ਹੋਣਗੇ। ਤੇਰੇ ਬਚਨ ਅਨੂਪ ਅਪਾਰ। ਸੋ ਇੱਥੇ ਉਹ ਇਸ਼ਾਰਾ ਕਰ ਰਹੇ ਹਨ ਸਤਿਗੁਰ ਦੇ ਬਚਨਾਂ ਵੱਲ ਔਰ ਆਖਦੇ ਹਨ ਕਿ ਤੇਰੇ ਬਚਨ ਜੋ ਹਨ ਉਹ ਅਨੂਪ ਹਨ, ਉਪਮਾ ਤੋਂ ਰਹਿਤ, ਮੈਨੇ ਜਿਨ੍ਹਾਂ ਦੀ ਉਪਮਾ ਕੀਤੀ ਨਹੀਂ ਜਾ ਸਕਦੀ, ਔਰ ਅਪਾਰ ਹਨ। ਅਪਾਰ ਮਤਲਬ ਜਿਹਦਾ ਕੋਈ ਓੜਕ ਹੱਦ ਬੰਨਾ ਨਹੀਂ। ਕਹਿਣ ਦਾ ਭਾਵ ਕਿ ਇਹ ਜੋ ਬਾਣੀ ਹੈ, ਜੋ ਬਚਨ ਨੇ, ਜੋ ਸਤਿਗੁਰ ਦੁਆਰਾ ਸਾਡੇ ਤੱਕ ਪਹੁੰਚਦੇ ਨੇ, ਇਹ ਦਰਅਸਲ ਇੱਕ ਦੂਸਰੇ ਮੰਡਲ ਤੋਂ ਹੀ ਆ ਰਹੇ ਨੇ, ਜਾਪਦੇ ਨੇ। ਇਹ ਕੋਈ ਕਿਸੇ ਦੀ ਦਿਮਾਗੀ ਖੋਜ ਨਹੀਂ ਜਾਂ ਦਿਮਾਗੀ ਖਿਆਲ ਨਹੀਂ, ਇਹ ਉਸ ਥਾਂ ਤੋਂ ਆ ਰਹੇ ਨੇ ਜੋ ਪਾਰ ਹੈ ਤੁਹਾਡੀ ਤਰਕ ਤੋਂ ਔਰ ਦਿਮਾਗ ਤੋਂ। ਸੋ ਇੱਥੇ ਗੁਰੂ ਜੀ ਉਸ ਚੀਜ਼ ਨੂੰ ਜੋ ਹੈ ਸਮਝਾ ਰਹੇ ਨੇ ਕਿ ਸਤਿਗੁਰ ਦੇ ਬਚਨ ਜਿਹੜੇ ਨੇ ਉਪਮਾ ਤੋਂ ਪਾਰ ਨੇ, ਸ੍ਰੇਸ਼ਟ ਨੇ, ਔਰ ਉਹ ਕਿੱਥੋਂ ਆਉਂਦੇ ਨੇ? ਉਹ ਤੁਹਾਡੇ ਦਿਮਾਗ ਵਿੱਚੋਂ ਨਹੀਂ ਆਉਂਦੇ। ਸੰਤਨ ਆਧਾਰ। ਸੰਤਨ ਦਾ ਮਤਲਬ ਹੈ ਕਿ ਜੋ ਜਗਿਆਸੂ ਨੇ, ਜੋ ਇੱਛੁਕ ਨੇ, ਜੋ ਤਾਲਿਬ ਨੇ ਉਸ ਦੀਦਾਰ ਦੇ, ਉਹ ਸਤਿਗੁਰ ਦੇ ਬਚਨਾਂ ਨੂੰ
ਆਪਣਾ ਆਧਾਰ ਬਣਾਉਣ ਜਾਂ ਬਣਾਉਂਦੇ ਨੇ। ਕਿਵੇਂ ਬਾਣੀ ਵਿਚਾਰੀਏ ਜੀਓ, ਉਸ ਬਾਣੀ ਨੂੰ ਵਿਚਾਰ ਕੇ। ਔਰ ਬਾਣੀ ਸਾਡੇ ਕੋਲ ਉਪਲਬਧ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ। ਸੋ ਸਾਨੂੰ ਇਹ ਉਪਦੇਸ਼ ਜੋ ਹੈ ਬਾਣੀ ਨੂੰ ਵਿਚਾਰਨ ਦਾ ਦਿੱਤਾ ਗਿਆ ਹੈ। ਉਸ ਦੇ ਨਾਲ ਨਾਲ ਸਿਮਰਤ ਸਾਸ ਗਿਰਾਸ। ਸਾਸ ਗਿਰਾਸ, ਸਾਸ ਦਾ ਮਤਲਬ ਹੈ ਸਾਹ, ਗਿਰਾਸ ਦਾ ਮਤਲਬ ਹੈ ਬੁਰਕੀ ਖਾਣੀ। ਇੱਥੇ ਕਹਿਣ ਦਾ ਭਾਵ ਇਹ ਹੈ ਕਿ ਬਚਨਾਂ ਨੂੰ ਵਿਚਾਰਨ ਦੇ ਨਾਲ ਨਾਲ ਸਾਸ ਅਤੇ ਗਿਰਾਸ ਮੈਨੇ ਹਰ ਵੇਲੇ ਸਿਮਰਨਾ ਹੈ। ਸਿਮਰਨ ਦਾ ਕੀ ਮਤਲਬ ਹੈ? ਮਤਲਬ ਹੈ ਕਿ ਹਾਜ਼ਰ ਨਾਜ਼ਰਤਾ ਦਾ ਅਭਿਆਸ ਕਰਨਾ। ਇਹ ਵੀ ਇੱਕ ਅਭਿਆਸ ਹੈ, ਕਿਉਂਕਿ ਆਮ ਬੁੱਧੀ ਜਿਹੜੀ ਸਾਡੀ ਹੈ, ਅਸੀਂ ਤੇ ਇੱਧਰ ਉੱਧਰ ਟੱਕਰਾਂ ਮਾਰਦੇ ਫਿਰਦੇ ਹਾਂ। ਪਰ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ ਸੁਚੇਤ ਹੋ ਕੇ ਜੀਓ। ਹਾਜ਼ਰ ਨਾਜ਼ਰਤਾ ਦਾ ਮਤਲਬ ਹੈ ਕਿ ਹਰ ਵੇਲੇ ਹਰ ਵਕਤ ਉਸ ਪ੍ਰਭੂ ਨੂੰ ਆਪਣੇ ਹਾਜ਼ਰ ਨਾਜ਼ਰ ਸਮਝੋ। ਜੇ ਤੁਸੀਂ ਸਮਝੋਗੇ ਤੁਹਾਡਾ ਆਚਰਣ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਏਗਾ। ਸੋ ਸਾਸ ਗਿਰਾਸ, ਪੂਰਨ ਵਿਸ਼ਵਾਸ, ਨਾਲ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਹਾਜ਼ਰ ਨਾਜ਼ਰਤਾ ਦਾ ਜੋ ਅਭਿਆਸ ਕਰੋ। ਇਹ ਨਹੀਂ ਕਿ ਮਨ 'ਚ ਸ਼ੁਭਾ ਹੈ ਕਿ ਉਹ ਹੈ ਵੀ ਆਲੇ ਵਾਲੇ ਕਿ ਨਹੀਂ, ਸ਼ੁਭਾ ਤੋਂ ਬਗੈਰ। ਜੇ ਇਸ ਤਰ੍ਹਾਂ ਕਰਾਂਗੇ ਤੇ ਕਿਉਂ ਮਨੋਂ ਵਿਸਾਰੀਏ ਜੀਓ। ਇਸ ਤਰ੍ਹਾਂ ਉਹ ਮਨ ਤੋਂ ਵਿਸਰੇਗਾ ਨਹੀਂ। ਕਿਉਂ ਮਨੋਂ ਵਿਸਾਰੀਏ ਨਿਮਖ ਨਹੀਂ ਟਾਰੀਏ। ਇਸ ਤਰ੍ਹਾਂ ਉਹ ਇੱਕ ਨਿਮਖ ਵੀ ਤੁਹਾਡੇ ਤੋਂ ਦੂਰ ਨਹੀਂ ਹੋਏਗਾ। ਉਹ ਕੌਣ ਹੈ? ਗੁਣਵੰਤ ਪ੍ਰਾਣ ਹਮਾਰੇ। ਇਹ ਅਹਿਸਾਸ ਹੋਏਗਾ ਕਿ ਉਹ ਗੁਣਾਂ ਦਾ ਜੋ ਮਾਲਿਕ ਹੈ ਉਹ ਤੇ ਮੇਰੇ ਸਾਸਾਂ ਦਾ ਆਧਾਰ ਹੈ। ਫਿਰ ਕੀ ਹੋਏਗਾ? ਮਨ ਵਾਂਛਤ ਫਲ ਦੇਤ ਹੈ। ਮਨ ਵਾਂਛਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ। ਮਨ ਵਾਂਛਤ, ਆਮ ਤੌਰ 'ਤੇ ਅਸੀਂ ਮਨ ਵਾਂਛਤ ਫਲ ਨੂੰ ਸਮਝਦੇ ਹਾਂ ਕਿ ਜੋ ਜੀ ਆਇਆ ਉਹ ਮਿਲ ਜਾਏਗਾ। ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ, ਕਿਉਂਕਿ ਮਨ ਜੋ ਹੈ ਉਹ ਤਾਂ ਐਵੇਂ ਹੀ ਵਿਅਰਥ ਦੀਆਂ ਚੀਜ਼ਾਂ ਮਗਰ ਦੌੜਦਾ ਹੈ। ਜਿੱਥੇ ਇੱਥੇ ਕਿਹਾ ਹੋਇਆ ਜੀ ਕੀ ਬਿਰਥਾ, ਬਿਰਥਾ ਮੈਨੇ ਵਿਅਰਥ ਚੀਜ਼ਾਂ। ਸੋ ਇਹ ਨਾ ਸਮਝੋ ਕਿ ਜੋ ਤੁਸੀਂ ਤੁਹਾਡੇ ਮਨ ਅੰਦਰ ਫੁਰਨਾ ਪੈਦਾ ਹੋਏਗਾ ਉਹ ਪੂਰਾ ਹੋ ਜਾਏਗਾ। ਇਸ ਮੁਗਾਲਤੇ 'ਚ ਨਾ ਰਹੋ। ਮਨ ਵਾਂਛਤ ਫਲ ਦਾ ਮਤਲਬ ਹੈ ਸਦਾ ਵਿਕਾਸ। ਮਨ ਆਪਣੀ ਪੂਰਨ ਤੌਰ 'ਤੇ ਵਿਕਾਸ ਵਿੱਚ ਆ ਜਾਏਗਾ। ਤੁਹਾਡੀ ਜਿਹੜੀ ਇੱਛਾ ਸ਼ਕਤੀ ਹੈ ਉਹਦੇ ਅੱਗੇ ਕੋਈ ਰੁਕਾਵਟ ਨਹੀਂ ਆਏਗੀ। ਇਹ ਡਿਵੈਲਪਮੈਂਟ ਹੈ। ਇਹ ਤੁਹਾਡੀ ਜੋ ਹੈ ਇੱਛਾ ਸ਼ਕਤੀ ਦੀ ਡਿਵੈਲਪਮੈਂਟ ਹੈ ਕਿ ਕੋਈ ਵੀ ਕਾਜ ਤੁਸੀਂ ਕਰਨਾ ਹੋਵੇ ਤੇ ਅੱਗੇ ਤੁਹਾਡੇ ਕੋਈ ਰੋੜਾ ਨਹੀਂ ਆ ਸਕਦਾ। ਮਨ ਵਾਂਛਤ ਫਲ ਪਾਈਏ। ਔਰ ਫਿਰ ਕੀ ਹੈ? ਜਿਹੜੇ ਵੀ ਫਜ਼ੂਲ ਕੰਮ ਨੇ, ਜੀ ਕੀ ਬਿਰਥਾ ਸਾਰੇ, ਉਹ ਜਿੰਨੇ ਫਜ਼ੂਲ ਕੰਮ ਨੇ ਉਹ ਸਾਰੇ ਜੋ ਹਨ ਝਾੜੂ ਮਾਰ ਕੇ ਇੱਕ ਪਾਸੇ ਹੋ ਜਾਂਦੇ ਨੇ। ਫਿਰ ਅੱਗੇ ਦੱਸਦੇ ਨੇ ਅਨਾਥ ਕੇ ਨਾਥੇ ਸਰਬ ਕੇ ਸਾਥੇ। ਅਨਾਥ ਹੁੰਦਾ ਜਿਹਦਾ ਕੋਈ ਵਲੀ ਵਾਰਸ ਨਹੀਂ ਹੁੰਦਾ, ਤੇ ਆਪਣੇ ਅਸਲੇ ਤੋਂ ਬਗੈਰ ਅਸੀਂ ਵੀ ਵਲੀ ਅਨਾਥ ਹੀ ਹਾਂ। ਸੋ ਉਹ ਨਾਥ ਹੈ, ਮਾਲਕ ਹੈ। ਉਹ ਸਾਡਾ ਜੋ ਮਾਲਕ ਹੈ ਉਹ ਸਰਬ ਕੇ ਸਾਥੇ, ਸਾਰਿਆਂ ਦੇ ਨਾਲ ਹੈ। ਭਾਵ ਸਾਡੇ ਅੰਦਰ ਬੈਠਾ ਹੈ। ਜਪ ਜੂਏ ਜਨਮ ਨਾ ਹਾਰੀਏ, ਉਹਨੂੰ ਕਹਿੰਦੇ ਨੇ ਜਪ। ਜਪ ਦਾ ਮਤਲਬ ਇੱਥੇ ਹੈ ਸਮਝ। ਆਪਣੇ ਅੰਦਰ ਉਹ ਸਮਝ ਲਿਆ, ਉਹ ਗਿਆਨ ਲਿਆ, ਉਹ ਅੱਖਾਂ ਲਿਆ ਜਿਹਦੇ ਨਾਲ ਤੂੰ ਉਹਨੂੰ ਪਛਾਣ ਸਕੇ। ਫਿਰ ਕੀ? ਜੇ ਨਾ ਕਰੇਗਾ ਤੇ ਆਪਣੇ ਜਨਮ ਨੂੰ ਜੂਏ ਵਿੱਚ ਹਾਰ ਦੇਵੇਗਾ। ਜਿਸ ਤਰ੍ਹਾਂ ਜੁਆਰੀ ਜੋ ਹੈ ਜੂਏ ਵਿੱਚ ਪੈਸੇ ਹਾਰਦਾ ਤੇ ਫਿਰ ਮਾਯੂਸ ਹੋ ਕੇ ਬਾਹਰ ਆਉਂਦਾ। ਇਸੇ ਤਰ੍ਹਾਂ ਹੀ ਜੇ ਤੁਸੀਂ ਜਪੋਗੇ ਨਹੀਂ, ਜਪਣ ਦਾ ਮਤਲਬ ਇਹ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਰਹਿਣਾ। ਜਪਣ ਦਾ ਮਤਲਬ ਹੈ ਸਮਝ। ਜਪਣ ਦਾ ਮਤਲਬ ਹੈ ਕਿ ਕੋਈ ਸੂਝ ਤੇ ਬੂਝ ਆਪਣੇ ਅੰਦਰ ਪੈਦਾ ਕਰਨੀ ਹੈ। ਬਾਣੀ ਜੋ ਹੈ ਇਹ ਦਿਮਾਗੀ ਤੌਰ 'ਤੇ ਬਹੁਤ ਹੀ ਨਹੀਂ ਸਮਝਣ ਦੀ ਲੋੜ, ਇਹਦੀ ਸੂਝ ਚਾਹੀਦੀ ਹੈ। ਇਹ ਮਿਸਟੀਰੀਅਸ ਲੈਂਗੁਏਜ ਹੈ, ਇਹ ਰਹੱਸੇ ਦੇ ਅੰਦਰ ਜਿਹਨੂੰ ਕੱਢਣਾ ਹੈ। ਸੋ ਉਹ ਹੈ ਜਪ। ਉਹਦੇ ਨਾਲ ਤੁਹਾਨੂੰ ਦੀਦਾਰ ਹੋਣਗੇ। ਫਿਰ ਨਾਨਕ ਕੀ ਬੇਨੰਤੀ ਪ੍ਰਭ ਪੈ। ਕਿਹਦੇ ਅੱਗੇ ਬੇਨਤੀ ਕਰਨੀ ਹੈ? ਪ੍ਰਭ,
ਪ੍ਰਭ ਕਿੱਥੇ ਹੈ? ਉਹ ਤੁਹਾਡਾ ਮੂਲ ਹੈ। ਉਹਦੇ ਅੱਗੇ ਬੇਨਤੀ ਕਰਨੀ ਹੈ, ਕੀ ਕਰਨੀ ਹੈ? ਕਿਰਪਾ ਕਰ ਭਵਜਲ ਤਾਰੀਏ, ਕਿ ਉਹ ਮਿਹਰ ਕਰੇ ਅਤੇ ਭਵਜਲ ਤੋਂ ਸਾਨੂੰ ਤਾਰ ਦੇਵੇ। ਹੁਣ ਭਵਜਲ ਕੀ ਹੈ? ਭਵ ਮੈਨੇ ਡਰ ਦਾ ਸਮੁੰਦਰ, ਭੈ ਦਾ ਸਮੁੰਦਰ। ਸੋ ਇਹ ਚੇਤੇ ਰੱਖਣਾ ਚਾਹੀਦਾ ਕਿ ਬਾਣੀ ਕਾਵਿਆ ਸ਼ੈਲੀ 'ਚ ਲਿਖੀ ਗਈ ਹੈ, ਕਾਵਿਆ ਹੈ, ਇਹਦੇ ਵਿੱਚ ਅਲੰਕਾਰ ਦੀ ਜੋ ਮੈਟਾਫਰਜ਼ ਹੁੰਦੇ ਨੇ ਅਕਸਰ ਵਰਤੇ ਜਾਂਦੇ ਨੇ। ਸੋ ਇਹ ਡਰ ਦਾ ਸਮੁੰਦਰ ਜੋ ਹੈ ਉਹ ਸਾਡਾ ਸੰਸਾਰੀ ਜੀਵਨ ਨੂੰ ਆਖਿਆ, ਕਿਉਂਕਿ ਅਸੀਂ ਹਉਮੈ ਦੇ ਵਿੱਚ ਗ੍ਰਿਫਤ ਹੋ ਕੇ ਇਸ ਸੰਸਾਰ 'ਚ ਰਹਿੰਦੇ ਹਾਂ, ਔਰ ਹਉਮੈ ਦੀ ਜੋ ਉਹਦਾ ਮੁੱਢਲਾ ਗੁਣ ਹੈ ਉਹ ਹੈ ਡਰ, ਕਿਉਂਕਿ ਉਸ ਨੂੰ ਹਰ ਵੇਲੇ ਇਹ ਡਰ ਹੁੰਦਾ ਕਿ ਮੈਂ ਮਰ ਨਾ ਜਾਵਾਂ। ਔਰ ਮੌਤ ਜੋ ਹੈ ਉਹ ਕਈ ਤਰ੍ਹਾਂ ਦੀ ਹੈ, ਮਾਨਸਿਕ ਮੌਤ ਹੈ, ਸਮਾਜਿਕ ਮੌਤ ਹੈ, ਆਰਥਿਕ ਮੌਤ ਹੈ, ਸਰੀਰਕ ਮੌਤ ਹੈ। ਸੋ ਹਉਮੈ ਹਰ ਵੇਲੇ ਆਪਣੇ ਆਪ ਨੂੰ ਜੋ ਹੈ ਬਚਾ ਕੇ ਰੱਖਣ ਦੇ ਜੋ ਹੈ ਯਤਨ ਕਰਦਾ ਰਹਿੰਦਾ ਹੈ, ਔਰ ਇਸ ਤਰ੍ਹਾਂ ਉਹਦੀ ਜ਼ਿੰਦਗੀ ਜੋ ਹੈ ਵਿਅਰਥ ਹੀ ਗੁਆਚ ਜਾਂਦੀ ਹੈ, ਕਿਉਂਕਿ ਉਸ ਨੂੰ ਇਹ ਸੂਝ ਆਈ ਨਹੀਂ। ਸੋ ਭਵਜਲ ਤਾਰਨ ਦਾ ਮਤਲਬ ਹੈ ਕਿ ਜੋ ਸੰਸਾਰ ਦੇ ਵਿੱਚ ਸਾਨੂੰ ਗਿਆਨ ਔਰ ਬੁੱਧੀ ਚਾਹੀਦੀ ਹੈ ਇਸ ਸੰਸਾਰ ਦੇ ਵਿੱਚ ਸਫਲ ਹੋ ਕੇ ਲੰਘਣ ਦੀ, ਉਹ ਸਾਨੂੰ ਆਪਣੇ ਪ੍ਰਭ ਤੋਂ ਹੀ ਮਿਲੇਗੀ, ਜੋ ਸਤਿਗੁਰ ਦੁਆਰਾ ਮਿਲਦੀ ਹੈ। ਸੋ ਇੱਥੇ ਲੋੜ ਹੈ ਸਤਿਗੁਰ ਨੂੰ ਸਮਝਣ ਦੀ, ਕਿਉਂਕਿ ਬਾਣੀ ਬਾਰ-ਬਾਰ ਇਹ ਤਾਕੀਦ ਸਾਨੂੰ ਕਰਦੀ ਹੈ ਕਿ ਸਤਿਗੁਰ ਨੂੰ ਭੇਟੋ, ਸਤਿਗੁਰੂ ਨੂੰ ਮਿਲੋ, ਸਤਿਗੁਰ ਨੂੰ ਜੋ ਹੈ ਉਹਦਾ ਉਪਦੇਸ਼ ਲਵੋ। ਸੋ ਕੁਛ ਥੋੜ੍ਹਾ ਬਹੁਤ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਸਤਿਗੁਰ ਕੀ ਹੈ, ਕੌਣ ਹੈ, ਇਸ ਬਾਬਤ ਥੋੜ੍ਹਾ ਵਿਚਾਰ ਕਰੋ। ਇੱਕ ਗੱਲ ਪੱਕੀ ਹੈ ਕਿ ਇਹ ਕਿਸੇ ਖਾਸ ਵਿਅਕਤੀ ਵਾਸਤੇ ਨਹੀਂ ਕਹੀ ਜਾ ਰਹੀ, ਇਹ ਇੱਕ ਸਿਧਾਂਤ ਹੈ ਗੁਰਬਾਣੀ ਦਾ, ਗਿਆਨ ਦਾ, ਔਰ ਗਿਆਨ ਦਾ ਸਿਧਾਂਤ ਹੈ ਜਿਹੜਾ ਕਿ ਬਾਣੀ ਸਾਨੂੰ ਦੱਸ ਰਹੀ ਹੈ ਚਾਰੇ ਪਾਸੇ ਹੈ। ਸੰਸਾਰ ਦੇ ਜ਼ਰੇ ਜ਼ਰੇ ਦੇ ਵਿੱਚ ਇਹ ਗਿਆਨ ਬੈਠਾ ਹੋਇਆ ਹੈ, ਤੁਹਾਡੇ ਅੰਦਰ ਵੀ ਬੈਠਾ ਹੋਇਆ ਸਤਿਗੁਰ ਗਿਆਨ ਰੂਪ ਵਿੱਚ। ਉਸ ਗਿਆਨ ਰੂਪ ਨੂੰ ਉਭਾਰੋ, ਇਹਦੇ ਵਾਸਤੇ ਥੋੜ੍ਹਾ ਸਮਾਂ ਦਿਓ, ਬਾਣੀ ਵਿਚਾਰੋ। ਆਖਦੇ ਨਾ ਬਾਣੀ ਵਿਚਾਰੀਏ ਜੀਓ। ਬਾਣੀ ਤੁਹਾਨੂੰ ਆਪਣੇ ਸਤਿਗੁਰ ਵੱਲ, ਬਾਣੀ ਸਤਿਗੁਰ ਬਣ ਕੇ ਤੁਹਾਨੂੰ ਆਪਣੇ ਅੰਦਰ ਦੇ ਸਤਿਗੁਰ ਵੱਲ ਸੇਧ ਦੇ ਦੇਗੀ, ਔਰ ਉੱਥੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਤਿਗੁਰ ਔਰ ਪ੍ਰਭ ਵਿੱਚ ਦਰਅਸਲ ਕੋਈ ਅੰਤਰ ਹੈ ਨਹੀਂ। ਸੋ ਗੱਲ ਸਾਰੀ ਹੈ ਗਿਆਨ ਦੀ। ਬਸ ਅੱਜ ਇੰਨੇ ਹੀ ਵਿਚਾਰ ਕਹਿੰਦਿਆਂ ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।